देखो स्टूडेंट्स, ਹੁਣ तक ਅਸੀਂ EMI ਇਲੈਕਟ੍ਰੋਮੈਗਨੈਟਿਕ ਇੰਡਕਸ਼ਨ ਵਾਲੇ ਚੈਪਟਰ ਦੇ ਅੰਦਰ 3-4 ਟੌਪਿਕਸ ਕਰ ਚੁੱਕੇ ਹਾਂ। ਸਭ ਤੋਂ ਪਹਿਲੇ ਅਸੀਂ ਇਹਦੇ ਵਿੱਚ ਫੈਰਾਡੇਜ਼ ਐਕਸਪੈਰੀਮੈਂਟ ਕੀਤੇ ਸੀ, ਫਿਰ ਅਸੀਂ ਫੈਰਾਡੇਜ਼ ਲਾਜ਼ ਪੜ੍ਹੇ, ਫਿਰ ਅਸੀਂ ਲੈਂਜ਼ਸ ਲਾਅ ਪੜ੍ਹਿਆ ਸੀ। ਲੈਂਜ਼ਸ ਲਾਅ ਓਬੇ એનર્ਜੀ ਕੰਜ਼ਰਵੇਸ਼ਨ ਇਹ ਵੀ ਆਪਾਂ ਅਟੈਂਪਟ ਕੀਤਾ ਸੀ। ਇਸ ਤੋਂ ਬਾਅਦ ਲੈਂਜ਼ਸ ਲਾਅ ਤੋਂ ਬਾਅਦ ਅਸੀਂ ਇੰਡੀਕੇਟ ਕੀਤਾ ਸੀ ਵਟ ਇਜ਼ ਮੋਸ਼ਨਲ EMF। ਮੋਸ਼ਨਲ EMF ਤੋਂ ਬਾਅਦ ਅਸੀਂ ਫਲੈਮਿੰਗ ਰਾਈਟ ਹੈਂਡ ਰੂਲ ਇੰਡੀਕੇਟ ਕੀਤਾ ਸੀ ਕੀ ਹੁੰਦਾ ਹੈ। ਦੈਨ ਉਸ ਤੋਂ ਬਾਅਦ ਆਪਾਂ ਪੜ੍ਹਿਆ ਸੀ ਕਿ ਅਗਰ ਕਿਸੇ ਰੋਡ ਨੂੰ ਸਰਕਲ 'ਚ ਘੁਮਾਈਏ ਫਿਰ ਉਹਦੇ 'ਤੇ ਕਿੰਨੀ EMF ਕ੍ਰੀਏਟ ਹੋਏਗੀ। ਦੈਨ ਆਪਾਂ ਪੜ੍ਹਿਆ ਸੀ ਲਾਸਟ ਐਡੀ ਕਰੰਟਸ ਐਂਡ ਇਟਸ ਐਪਲੀਕੇਸ਼ਨਸ। ਐਡੀ ਕਰੰਟਸ ਤੇ ਉਹਦੀਆਂ ਐਪਲੀਕੇਸ਼ਨਸ ਦੇਖੋ ਨੋਟਸ ਦੇ ਵਿੱਚ ਮੈਂ ਕਾਫੀ ਜ਼ਿਆਦਾ ਲਿਖੀਆਂ ਹੋਈਆਂ, ਪਰ ਸਮਝਾਈਆਂ ਮੈਂ ਤੁਹਾਨੂੰ ਇੱਕ ਦੋ ਹੀ ਸੀ ਕਿਉਂਕਿ ਸਾਰਿਆਂ ਦਾ ਆਨਸਰ 99% ਐਡੀ ਕਰੰਟਸ ਦੇ ਵਿੱਚ ਸੇਮ ਹੈ ਕਿ ਐਡੀ ਕਰੰਟਸ ਬਲਕ ਮਟੀਰੀਅਲ ਦੇ ਅੰਦਰ ਪੈਦਾ ਹੁੰਦੇ ਆ ਫਲਕਸ ਦੇ ਚੇਂਜ ਕਰਕੇ। ਫਲਕਸ ਦਾ ਚੇਂਜ ਕਰਾਂਗੇ, ਜੋ ਵੀ ਉੱਥੇ ਕਰੰਟ ਇੰਡਿਊਸ ਹੋਏਗਾ ਵੱਡੇ ਮਟੀਰੀਅਲ ਦੇ ਅੰਦਰ, ਦੇ ਆਰ ਕਾਲਡ ਐਡੀ ਕਰੰਟਸ। ਔਰ ਐਡੀ ਕਰੰਟਸ ਹਮੇਸ਼ਾ ਲੈਂਜ਼ਸ ਲਾਅ ਦੇ ਅਕੋਰਡਿੰਗਲੀ ਹਰ ਚੀਜ਼ ਨੂੰ ਆਪਣੇ ਕੌਜ਼ ਨੂੰ ਅਪੋਜ਼ ਕਰਦੇ ਆ, ਠੀਕ ਹੈ। ਫਿਰ ਜਿੰਨੇ ਵੀ ਟਰਾਂਸਫਾਰਮਰਸ ਹੈ ਉਹ ਵੀ ਐਡੀ ਕਰੰਟਸ ਦੇ ਉੱਪਰ ਕੰਮ ਕਰਦੇ ਆ। ਇਲੈਕਟ੍ਰੋਮੈਗਨੈਟਿਕ ਡੈਂਪਿੰਗ ਆਪਾਂ ਪੜ੍ਹੀ ਹੈ ਕਿ ਜਿਸ ਤਰ੍ਹਾਂ ਆਪਾਂ ਫਲਕਸ ਨੂੰ ਚੇਂਜ ਕਰਾਉਂਦੇ ਹਾਂ EMF ਇੰਡਿਊਸ ਹੁੰਦੀ ਹੈ, ਫਿਰ ਉਹ ਆਪਣੇ ਕੌਜ਼ ਨੂੰ ਅਪੋਜ਼ ਕਰਦੀ ਹੈ ਤਾਂ ਡੈਂਪਿੰਗ ਹੋਣੀ ਸ਼ੁਰੂ ਹੋ ਜਾਂਦੀ। ਡੈਂਪਿੰਗ ਦਾ ਮਤਲਬ ਹੌਲੀ ਹੌਲੀ ਕਿਸੇ ਵੀ ਚੀਜ਼ ਦਾ ਰੁਕ ਜਾਣਾ, ਠੀਕ ਹੈ। ਇੰਡਕਸ਼ਨ ਫਰਨੈਸ ਇਜ਼ ਦਾ ਐਗਜ਼ਾਮਪਲ ਆਫ ਐਡੀ ਕਰੰਟਸ। ਅਗਰ ਆਪਾਂ ਐਡੀ ਕਰੰਟਸ ਨੂੰ ਘਟਾਉਣਾ ਹੈ ਤਾਂ ਆਪਾਂ ਲੈਮੀਨੇਟਡ ਕੋਰ ਬਣਾ ਸਕਦੇ ਹਾਂ। ਸੋ ਇਹ ਸਾਰਾ ਕੁਝ ਲਾਸਟ ਵੀਡੀਓ ਦੇ ਵਿੱਚ ਵੀ ਸੀਗਾ। ਇਸ ਤੋਂ ਬਾਅਦ ਆਪਾਂ ਪੜ੍ਹਿਆ ਸੀ ਵਟ ਇਜ਼ ਸੈਲਫ ਇੰਡਕਸ਼ਨ, ਕਿ ਸੈਲਫ ਇੰਡਕਸ਼ਨ ਕੀ ਚੀਜ਼ ਹੈ, ਠੀਕ ਹੈ। ਔਰ ਸੈਲਫ ਇੰਡਕਸ਼ਨ ਦੇ ਵਿੱਚ ਆਪਾਂ ਬੇਸਿਕਲੀ ਪੜ੍ਹਿਆ ਸੀ ਕਿ ਅਗਰ ਆਪਾਂ ਇੰਡਕਟਰ ਲੈ ਲਈਏ, ਇੰਡਕਟਰ ਮੀਨਸ ਸਿੰਪਲੀ ਇੱਕ ਤਾਰ ਲੈ ਕੇ ਉਹਨੂੰ ਹੈਲੀਕਲ ਫਾਰਮ ਦੇ ਵਿੱਚ ਮੋਲਡ ਕਰ ਦਈਏ। ਇਸ ਤਰ੍ਹਾਂ ਮੋਲਡ ਕਰਨਾ ਹੈ ਕਿ ਆਪਸ 'ਚ ਜੁੜੇ ਨਾ, ਇਹ 'ਚੋਂ ਵੇਰੀਏਬਲ ਕਰੰਟ ਪਾਸ ਕਰਾਈਏ, ਜਾਂ ਤਾਂ AC ਕਰੰਟ ਪਾਸ ਕਰਾ ਦਈਏ ਜਾਂ ਬੈਟਰੀ ਲਗਾ ਕੇ ਕੀ ਲਗਾ ਦਈਏ ਔਰ ਕੀ ਨੂੰ ਲਗਾਤਾਰ ਓਪਨ ਕਲੋਜ਼ ਕਰੀਏ। ਕਰੰਟ ਵੇਰੀ ਹੋਏਗਾ, ਇਹਦੇ ਅਰਾਊਂਡ ਫਲਕਸ ਚੇਂਜ ਹੋਏਗਾ। ਅਗਰ ਫਲਕਸ ਚੇਂਜ ਹੋਏਗਾ ਤਾਂ ਇਹਦੇ ਅੰਦਰ EMF ਇੰਡਿਊਸ ਹੋ ਜਾਏਗੀ। ਸੋ ਇਸ ਫਿਨੋਮੀਨਾ ਨੂੰ ਅਸੀਂ ਸੈਲਫ ਇੰਡਕਸ਼ਨ ਕਿਹਾ ਸੀ, ਠੀਕ ਹੈ ਜੀ। ਸੈਲਫ ਇੰਡਕਸ਼ਨ ਔਰ ਇਸ ਨੂੰ ਅਸੀਂ ਇੰਡਕਟਰ ਦਾ ਨਾਮ ਦਿੱਤਾ ਸੀ। ਇਸ ਤੋਂ ਬਾਅਦ ਅਸੀਂ ਪੜ੍ਹਿਆ ਸੀ ਕਿ ਕਿਸੇ ਵੀ ਕੰਡਕਟਰ ਦੇ ਅੰਦਰ, ਠੀਕ ਹੈ ਜੀ, ਕਿੰਨਾ ਕਰੰਟ ਇੰਡਿਊਸ ਹੋਏਗਾ ਜਿੰਨਾ ਫਲਕਸ ਚੇਂਜ ਹੋਏਗਾ। ਇਹ ਸਾਰਾ ਕੁਝ ਆਪਾਂ ਲਾਸਟ ਵੀਡੀਓ ਦੇ ਅੰਦਰ ਪੜ੍ਹ ਲਿਆ ਸੀ। ਇੱਕ ਕੌਨਸਟੈਂਟ ਆਇਆ ਸੀ ਕੋਫੀਸ਼ੀਐਂਟ ਆਫ ਸੈਲਫ ਇੰਡਕਸ਼ਨ, ਉਹਦੇ SI ਯੂਨਿਟਸ ਪੜ੍ਹੇ ਸੀ ਹੈਨਰੀ। ਫਿਰ ਆਪਾਂ ਕੀਤਾ ਸੀ ਕਿ ਇੱਕ ਲੌਂਗ ਸੋਲੇਨੋਇਡ ਹੈ। ਸੋਲੇਨੋਇਡ ਸਾਨੂੰ ਸਭ ਨੂੰ ਪਤਾ ਹੈ, ਅਸੀਂ 3rd ਯੂਨਿਟ ਦੇ ਅੰਦਰ ਪੜ੍ਹਿਆ ਸੀ ਕਿ ਇੱਕ ਲੌਂਗ ਸੋਲੇਨੋਇਡ ਹੈ। ਲੌਂਗ ਸੋਲੇਨੋਇਡਸ ਕਿਹੜੇ ਹੁੰਦੇ ਆ, ਜਿਨ੍ਹਾਂ ਦਾ ਜਿਹੜਾ ਸਾਈਜ਼ ਹੈ ਬਹੁਤ ਜ਼ਿਆਦਾ ਵੱਡਾ ਹੋਏ ਐਜ਼ ਕੰਪੇਅਰ ਟੂ ਇਟਸ ਰੇਡੀਅਸ। ਸੋ ਲੌਂਗ ਸੋਲੇਨੋਇਡ ਦੇ ਅੰਦਰ ਕਿੰਨੀ EMF ਇੰਡਿਊਸ ਹੋਏਗੀ ਅਗਰ ਵੇਰੀਏਬਲ ਕਰੰਟ ਪਾਸ ਕਰਾਈਏ, ਜਾਂ ਕੋਫੀਸ਼ੀਐਂਟ ਆਫ ਸੈਲਫ ਇੰਡਕਟੈਂਸ ਦੀ ਵੈਲਿਊ ਐਕਸਪਲੇਨ ਕਰੋ ਇਨ ਅ ਲੌਂਗ ਸੋਲੇਨੋਇਡ। ਤਾਂ ਆਪਾਂ ਪੜ੍ਹਿਆ ਕਿਸੇ ਵੀ ਫਲਕਸ ਦਾ ਫਾਰਮੂਲਾ B ਡਾਟ ਏਰੀਆ। ਲੌਂਗ ਸੋਲੇਨੋਇਡ ਦੇ ਅੰਦਰ ਕਿੰਨਾ ਫਲਕਸ ਹੁੰਦਾ ਹੈ, μ0 N/Li, ਠੀਕ ਹੈ। ਇੱਕ ਟਰਨ ਵਾਸਤੇ ਕਿੰਨੀਆਂ ਨੰਬਰ ਆਫ ਟਰਨਸ ਹੈ, N, ਸੋ ਮਲਟੀਪਲਾਈ ਬਾਈ N। ਸੋ ਇਹ ਆ ਗਿਆ μ0 N² I/L। ਵੈਸੇ ਫਲਕਸ ਇੰਡਕਟਰ ਦੇ ਅੰਦਰ ਕਿੰਨਾ ਹੁੰਦਾ ਹੈ, L/I। ਸੋ ਕੰਪੇਅਰ ਕਰੋ ਫਸਟ ਐਂਡ ਸੈਕਿੰਡ ਇਕੁਏਸ਼ਨ ਨੂੰ, ਲੈਫਟ ਬਰਾਬਰ ਹੈ ਰਾਈਟ ਨੂੰ ਬਰਾਬਰ ਕਰ ਦਿਓ ਐਂਡ ਯੂ ਗੈਟ ਦਿਸ ਫਾਈਨਲ ਆਂਸਰ μ0 N² I/L ਇੰਟੂ ਏਰੀਆ। ਏਰੀਆ ਵੀ ਨਾਲ ਆਉਣਾ, ਠੀਕ ਹੈ ਜੀ। I ਨਾਲ I ਕੱਟਿਆ ਗਿਆ, ਸੋ ਦਿਸ ਇਜ਼ ਆਰ ਫਾਈਨਲ ਆਂਸਰ। ਇਹਦਾ ਮਤਲਬ ਸੈਲਫ ਇੰਡਕਟੈਂਸ ਦੀ ਵੈਲਿਊ। ਸੋ ਦ ਲਾਸਟ ਟੋਪਿਕ ਆਫ ਦਿਸ ਚੈਪਟਰ ਇਜ਼ ਮਿਊਚੁਅਲ ਇੰਡਕਸ਼ਨ। ਮਿਊਚੁਅਲ ਇੰਡਕਸ਼ਨ ਪਹਿਲੇ ਆਪਾਂ ਪੜ੍ਹਿਆ ਸੈਲਫ ਇੰਡਕਸ਼ਨ, ਨਾਓ ਮਿਊਚੁਅਲ ਇੰਡਕਸ਼ਨ। ਮਿਊਚੁਅਲ ਇੰਡਕਸ਼ਨ ਕੀ ਹੁੰਦੀ ਹੈ, ਅਗਰ ਆਪਾਂ ਦੋ ਕੋਇਲਸ ਲੈ ਲਈਏ ਔਰ ਇੱਕ ਦਾ ਇਫੈਕਟ ਦੂਸਰੇ ਦੇ ਉੱਪਰ ਦੇਖੀਏ,
ਇਹਦੇ ਵਿੱਚੋਂ ਆਪਾਂ ਵੇਰੀਏਬਲ ਕਰੰਟ ਪਾਸ ਕਰਾਇਆ, बैटरी लगा के की लगाती, ठीक है, वेरीएबल करंट पास कराया और EMF कित्थे इंड्यूस हुई, नाल वाली कॉइल दे उपर। सो दिस इज़ कॉल्ड म्यूचुअल इंडक्शन। इस फिनोमिना नूं असीं कहने आ म्यूचुअल इंडक्शन। सो इहदे च भी सैल्फ इंडक्शन वांग ही करना है। कितना फ्लक्स होएगा, दैट इज़ डायरेक्टली प्रोपोर्शनल टू करंट। फ्लक्स इज इक्वल टू M into I विच इज़ कॉल्ड कोफिशिएंट ऑफ म्यूचुअल इंडक्टेंस। ये SI यूनिट्स होंदी है हेनरी, ठीक है जी। सो दा फार्मूला बन गया M इज़ इक्वल टू फ्लक्स अपॉन I। इस तो बाद म्यूचुअल इंडक्शन के उपर लास्ट टॉपिक है कि साडे कोल दो लॉन्ग सोलेनोइड्स है। एक आ सोलेनोइड है, ठीक है, S1, ये उपर मान लो दूसरी कॉइल बहुत नेड़े पई हुई है, दूसरा सोलेनोइड है S2। एक S1 सोलेनोइड है, एक S2 सोलेनोइड है। एक चों आपां वेरीएबल करंट पास कराया, EMF सेकेंड वाले ते इंड्यूस होएगी, कितनी म्यूचुअल इंडक्टेंस पैदा होएगी, दैट वी हैव टू कैलकुलेट। फाइंड द म्यूचुअल इंडक्टेंस ऑफ टू लॉन्ग कोएक्सियल सोलेनोइड्स। दिस इज़ द लास्ट आर्टिकल ऑफ दिस चैप्टर। इस तो बाद असी किस तरह लिखांगे, देखो फ्लक्स दो कॉइल्स है साढ़े को एक्चुअली, एक दा इफैक्ट दूसरे दे उपर देखना है। हम सब तो पहले फ्लक्स इज इक्वल टू M into I। फ्लक्स का डायरेक्टली प्रोपोर्शनल है करंट दे, ओपन करांगे कांस्टेंट आ जाएगा। फर्स्ट द फ्लक्स, फर्स्ट द करंट। पहली च मैं फ्लक्स चेंज कराया, EMF या करंट सेकेंड कॉइल दे उपर इंड्यूस हो गया। सोलेनोइड दे अंदर वैसे फ्लक्स का की फॉर्मूला होंदा है, फ्लक्स इज इक्वल टू B डॉट एरिया। फर्स्ट द फ्लक्स, सेकेंड द मैग्नेटिक फील्ड, ठीक है। और मैग्नेटिक फील्ड इनसाइड अ सोलेनोइड म्यू नॉट N2 अपॉन L इंटू I इंटू एरिया, ठीक है जी। इन्ना आ गया, मैग्नेटिक फील्ड की वैल्यू पुट करती, एरिया एज इट इज़ आ गया। सो दिस इज़ द फॉर्मूला फ्लक्स F1 φ1। ये तो हैगा एक नंबर ऑफ टर्न वास्ते, लेकिन फस्ट जी साडी कॉइल है तो बहुत सारिया नंबर ऑफ लूप्स है। सो मल्टीप्लाई बाय N1। सो इत्थे भी आ गया N1। सो दिस इज़ आर सेकेंड इक्वेशन, दिस इज़ आर फर्स्ट इक्वेशन, ठीक है जी। क्लियर हो गया। सब तो पहले मैं फ्लक्स की वैल्यू कड्डी, फर्स्ट से करके सेकेंड के उपर करंट पैदा हो गया। फिर फर्स्ट कॉइल के अंदर कितना मैग्नेटिक फील्ड है, सेकेंड के उपर मैग्नेटिक फील्ड इंटू एरिया। मतलब फर्स्ट का रिजल्ट देखना है विद रिस्पैक्ट टू सेकेंड, सेकेंड का रिजल्ट देखना है विद रिस्पैक्ट टू फर्स्ट। फर्स्ट तो सेकेंड इक्वेशन को कंपेयर कर लो, क्योंकि लैफ्ट हैंड साइड इक्वल है, राइट में इक्वेट कर दो। जो तुम इक्वेट करोगे मेरे को आ जाएगा M into I2 इक्वल टू म्यू नॉट N1 N2 म्यू नॉट N1 N2 I2 A अपॉन L। आई नाल आई कटिया गया, ठीक है जी। और जो बाकी बचा वो साडा फाइनल आंसर। सो M आ गया म्यू नॉट N1 N2 A अपॉन, ठीक है। मैं एक बार फिर दस देनी हाँ, दिस इज़ कॉल्ड प्रिंसीपल ऑफ इनू असी प्रिंसीपल ऑफ रेसिप्रोसिटी भी कह दें, थ्योरम ऑफ रेसिप्रोसिटी, प्रिंसीपल ही थ्योरम ऑफ रेसिप्रोसिटी। सो की करना की है, दो सोलेनोइड ले लेने, एक दा असर दूसरे के उपर देखना, फर्स्ट सेकेंड, फर्स्ट द फ्लक्स सेकेंड द करंट। सिमिलरली फ्लक्स फर्स्ट द मैग्नेटिक फील्ड सेकेंड द मैग्नेटिक फील्ड इनसाइड सोलेनोइड N2 इंटू अपॉन L म्यू नॉट I of second area into mu naught B into area for एक number of turns ली, लेकिन इन्हों को n number of turns है, so multiply by n1। second equation, now compare equations 1 and 2, left hand side equal, right में equate किया, M into I2 equal to mu naught n1 n2 I2, ठीक है, अपॉन L इंटू एरिया। सो I2 ना I2 कटिया जाएगा, सो M आ गया म्यू नॉट N1 N2 A अपॉन L। सो दिस इज आवर फाइनल आंसर।
ਮੈਨੂੰ ਉਮੀਦ ਹੈ ਸਭ ਨੂੰ ਸਮਝ ਆਇਆ। ਸੋ ਇਹਦੇ ਨਾਲ EMI 4th A ਚੈਪਟਰ ਹੋ ਗਿਆ ਤੁਹਾਡਾ ਖਤਮ। ਥੈਂਕ ਯੂ ਵੈਰੀ ਮਚ।